ਅੱਜ ਆਪਾਂ ਪੜ੍ਹਾਂਗੇ ਪ੍ਰਹਲਾਦ ਭਗਤ ਦੀ ਕਹਾਣੀ। ਹਰਨਾਕਸ਼ ਤੇ ਪਰਨਾਕਸ਼ ਦੋ ਭਰਾ ਸਨ ਜਿਹੜੇ ਕਿ ਬੈਠੁੰਕ ਵਿੱਚ ਬੈਠਦੇ ਸਨ, ਪਰ ਇਹਨਾਂ ਦੋਵਾਂ ਨੂੰ ਦੇਵਤਿਆਂ ਦੇ ਸ਼ਰਾਪ ਮਗਰੋਂ ਬੈਕੁੰਠ ਵਿੱਚੋਂ ਨਿਕਲਣਾ ਪਿਆ। ਹਰਨਾਕਸ਼ ਧਰਤੀ ਉੱਤੇ ਆ ਕੇ ਰਾਜ ਕਰਨ ਲੱਗਾ, ਪਰ ਪਰਨਾਕਸ਼ ਦੀ ਮੌਤ ਹੋ ਗਈ। ਹਰਨਾਕਸ਼ ਨੂੰ ਹਰ ਵੇਲੇ ਮੌਤ ਦਾ ਡਰ ਰਹਿੰਦਾ ਸੀ, ਇਸ ਲਈ ਉਸਨੇ ਸਭ ਕੁਝ ਛੱਡ ਕੇ ਹਿਮਾਲਾ ਪਰਬਤ 'ਤੇ ਤਪੱਸਿਆ ਕਰਨ ਦਾ ਨਿਰਣਾ ਲਿੱਤਾ। ਇਸ ਲਈ ਆਪਣਾ ਸਭ ਕੰਮ ਛੱਡ ਕੇ ਹਿਮਾਲਿਆ ਪਰਬਤ ਉੱਤੇ ਤਪੱਸਿਆ ਕਰਨ ਨਿਕਲ ਪਿਆ। ਤਪੱਸਿਆ ਤੋਂ ਪ੍ਰਭਾਵਿਤ ਹੋ ਕੇ ਪਰਮਾਤਮਾ ਪ੍ਰਗਟ ਹੋਏ ਤੇ ਉਸਨੂੰ 5 ਵਰ ਦਿੱਤੇ। ਹਰਨਾਕਸ਼ ਨੇ 5 ਵਰ ਇਹ ਮੰਗੇ ਕਿ ਉਹ ਕਦੀ ਨਾ ਦਿਨ ਨੂੰ ਮਰੇ, ਨਾ ਰਾਤ ਨੂੰ, ਨਾ ਅੰਦਰ ਮਰੇ, ਨਾ ਬਾਹਰ ਨੂੰ, ਨਾ ਧਰਤੀ 'ਤੇ, ਨਾ ਆਕਾਸ਼ 'ਚ, ਨਾ ਬਿਮਾਰੀ ਨਾਲ, ਨਾ ਹਥਿਆਰ ਨਾਲ, ਨਾ ਮਨੁੱਖ ਤੋਂ ਤੇ ਨਾ ਪਸ਼ੂ ਤੋਂ। ਇਹ 5 ਵਰ ਭਗਵਾਨ ਨੇ ਉਸਨੂੰ ਦੇ ਦਿੱਤੇ। ਇਹ ਵਰ ਪ੍ਰਾਪਤ ਕਰਕੇ ਹਰਨਾਕਸ਼ ਬਹੁਤ ਖੁਸ਼ ਹੋਇਆ ਤੇ ਉਸ ਵਿੱਚ ਹੰਕਾਰ ਆ ਗਿਆ। ਉਸਨੇ ਲੋਕਾਂ 'ਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਉਸਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ, ਜਿਸਦਾ ਨਾਂ ਪ੍ਰਹਲਾਦ ਰੱਖਿਆ ਗਿਆ। ਵੱਡੇ ਹੁੰਦੇ ਉਸਨੂੰ ਪਾਠਸ਼ਾਲਾ ਵਿੱਚ ਭੇਜ ਦਿੱਤਾ ਗਿਆ। ਪਾਠਸ਼ਾਲਾ ਵਿੱਚ ਪਰਮਾਤਮਾ ਦੀ ਥਾਂ ਉਸਨੂੰ ਹਰਨਾਕਸ਼ ਦਾ ਨਾਮ ਲੈਣ ਲਈ ਕਿਹਾ, ਪਰ ਪ੍ਰਹਲਾਦ ਇਸ ਦੇ ਬਿਲਕੁਲ ਵਿਰੁੱਧ ਹੋ ਗਿਆ। ਉਸਨੇ ਹਰਨਾਕਸ਼ ਦੀ ਥਾਂ ਪਰਮਾਤਮਾ ਦਾ ਨਾਮ ਲਿਆ, ਜਿਸ ਕਰਕੇ ਹਰਨਾਕਸ਼ ਨੂੰ ਬਹੁਤ ਗੁੱਸਾ ਆਇਆ ਤੇ ਉਸਨੂੰ ਉਸਨੇ ਆਪਣੇ ਰਾਜ ਮਹਿਲ ਵਿੱਚ ਬਣਾਇਆ। ਹਰਨਾਕਸ਼ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ, ਪਰ ਇਹ ਸੁਣ ਕੇ ਪ੍ਰਹਲਾਦ ਨੇ ਕਿਹਾ ਕਿ ਸਭ ਤੋਂ ਸ਼ਕਤੀਸ਼ਾਲੀ ਤਾਂ ਉਹ ਪਰਮ ਪਰਮਾਤਮਾ ਹੈ। ਪਰ ਇਹ ਸੁਣ ਕੇ ਹਰਨਾਕਸ਼ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਪ੍ਰਹਲਾਦ ਨੂੰ ਮਾਰਨ ਦਾ ਫੈਸਲਾ ਕਰ ਲਿਆ। ਉਸਨੇ ਉਸਨੂੰ ਮਾਰਨ ਲਈ ਕਈ ਤਰੀਕੇ ਅਪਣਾਏ। ਪਹਿਲਾ, ਉਸਨੇ ਉਸਨੂੰ ਨਦੀ ਕਿਨਾਰੇ ਸੁੱਟਣ ਦਾ ਫੈਸਲਾ ਕੀਤਾ। ਉਸਨੇ ਇਹ ਕਰਨ ਲਈ ਉਸਨੂੰ ਆਪਣੇ ਜਲਾਦਾਂ ਨੂੰ ਬੁਲਾਇਆ, ਪਰ ਜਦ ਜਲਾਦਾਂ ਨੇ ਉਹਨਾਂ ਨੂੰ ਨਦੀ ਕਿਨਾਰੇ ਸੁੱਟਿਆ ਤਾਂ ਉਸਦਾ ਕੋਈ ਬਾਗਲ ਵੀ ਬਾਕਾ ਨਹੀਂ ਹੋਇਆ, ਸਗੋਂ ਇੱਕ ਲਹਿਰ ਨਦੀ ਦੀ ਉਸਨੂੰ ਕੰਢੇ ਸਿੱਟ ਗਈ। ਫਿਰ ਉਸਨੇ ਉਸਨੂੰ ਪਹਾੜਾਂ ਤੋਂ ਸਿੱਟਣ ਦਾ ਫੈਸਲਾ ਕਰਵਾਇਆ। ਜਿਵੇਂ ਹੀ ਪ੍ਰਹਲਾਦ ਨੂੰ ਪਹਾੜਾਂ ਤੋਂ ਸਿੱਟਿਆ ਗਿਆ ਤਾਂ ਇੱਕ ਸੰਘਣੇ ਰੁੱਖ ਵਿੱਚ ਫਸ ਗਿਆ। ਫਿਰ ਉਸਨੇ ਪ੍ਰਹਲਾਦ ਨੂੰ ਇੱਕ ਪਾਗਲ ਹਾਥੀ ਅੱਗੇ ਸਿੱਟਿਆ ਤਾਂ ਕਿ ਉਸਨੂੰ ਮਾਰ ਦੇਵੇ, ਪਰ ਹਾਥੀ ਨੇ ਵੀ ਉਸਨੂੰ ਕੁਝ ਨਾ ਕਿਹਾ। ਹਰਨਾਕਸ਼ ਦੀ ਇੱਕ ਭੈਣ ਸੀ ਹੋਲਿਕਾ, ਜਿਸਨੂੰ ਇਹ ਵਾਰ ਮਿਲਿਆ ਹੋਇਆ ਸੀ ਕਿ ਉਸਨੂੰ ਅੱਗ ਨਹੀਂ ਸਾੜ ਸਕੇਗੀ। ਇਹ ਸਭ ਦੇਖ ਕੇ ਹੋਲਿਕਾ ਨੇ ਆਪਣੇ ਭਰਾ ਹਰਨਾਕਸ਼ ਨੂੰ ਕਿਹਾ ਕਿ ਉਹ ਉਸ ਪ੍ਰਹਲਾਦ ਨੂੰ ਗੋਦ ਵਿੱਚ ਲੈ ਕੇ ਅੱਗ ਵਿੱਚ ਬੈਠ ਜਾਵੇਗੀ ਤੇ ਉਸਦਾ ਤਾਂ ਕੁਝ ਨਹੀਂ ਹੋਵੇਗਾ, ਪਰ ਪ੍ਰਹਲਾਦ ਨੂੰ ਅੱਗ ਲੱਗ ਜਾਵੇਗੀ। ਹਰਨਾਕਸ਼ ਨੇ ਇਸ ਤਰ੍ਹਾਂ ਹੀ ਕੀਤਾ। ਉਸਨੇ ਇੱਕ ਬਾਲਣ ਮੰਗਵਾਇਆ ਤੇ ਹਰਨਾਕਸ਼ ਦੀ ਭੈਣ ਹੋਲਿਕਾ ਪ੍ਰਹਲਾਦ ਨੂੰ ਆਪਣੀ ਗੋਦ ਵਿੱਚ ਲੈ ਕੇ ਉਸ ਬਾਲਣ ਵਿੱਚ ਬੈਠ ਗਈ ਤੇ ਬਾਲਣ ਨੂੰ ਅੱਗ ਲਗਾ ਦਿੱਤੀ ਗਈ। ਅੱਗ ਨਾਲ ਪ੍ਰਹਲਾਦ ਭਗਤ ਨੂੰ ਤਾਂ ਕੁਝ ਨਹੀਂ ਹੋਇਆ, ਪਰ ਹੋਲਿਕਾ ਸੜ ਗਈ, ਕਿਉਂਕਿ ਉਸਨੇ ਆਪਣੇ ਵਰ ਦੀ ਗੰਦੀ ਵਰਤੋਂ ਕੀਤੀ ਸੀ। ਇਸ ਲਈ ਉਸਦਾ ਵਰਦਾਨ ਇੱਕ ਸ਼ਰਾਪ ਵਿੱਚ ਤਬਦੀਲ ਹੋ ਗਿਆ ਸੀ ਤੇ ਇਸ ਨਾਲ ਹੋਲਿਕਾ ਦੀ ਮੌਤ ਹੋ ਗਈ। ਇਹ ਸਭ ਦੇਖ ਕੇ ਹਰਨਾਕਸ਼ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਇੱਕ ਥੰਮ ਨੂੰ ਗਰਮ ਕਰਵਾਇਆ ਤੇ ਪ੍ਰਹਲਾਦ ਨੂੰ ਕਿਹਾ ਕਿ ਪਰਮਾਤਮਾ ਦੱਸ ਕਿੱਥੇ ਹੈ। ਪ੍ਰਹਲਾਦ ਨੇ ਕਿਹਾ, ਪਰਮਾਤਮਾ ਤਾਂ ਹਰ ਇੱਕ ਕਣ ਵਿੱਚ ਹੈ। ਤਾਂ ਇਹ ਸੁਣ ਕੇ ਹਰਨਾਕਸ਼ ਨੇ ਉਸਨੂੰ ਕਿਹਾ ਕਿ ਪਰਮਾਤਮਾ ਇਹ ਥੰਮ ਵਿੱਚ ਵੀ ਹੈ। ਤਾਂ ਪ੍ਰਹਲਾਦ ਨੇ ਉੱਤਰ ਦਿੱਤਾ ਕਿ ਹਾਂ, ਪਰਮਾਤਮਾ ਇਸ ਥੰਮ ਵਿੱਚ ਵੀ ਹੈ। ਤਾਂ ਫਿਰ ਪ੍ਰਹਲਾਦ ਨੇ ਕਿਹਾ, ਜੇ ਪਰਮਾਤਮਾ ਤੇਰੇ ਇਸ ਥੰਮ ਵਿੱਚ ਹੈ ਤਾਂ ਇਹਨੂੰ ਜੱਫੀ ਪਾ ਲੈ। ਇਸ ਤੋਂ ਪਹਿਲਾਂ ਉਹ ਗਰਮ ਥੰਮ ਦੇਖ ਕੇ ਪ੍ਰਹਲਾਦ ਦਾ ਮਨ ਭਟਕਦਾ, ਪਰ ਉਸਨੇ ਉਸਦੇ ਉੱਤੇ ਇੱਕ ਕੀੜੀ ਤੁਰਦੀ ਹੋਈ ਦਿਖਾਈ ਦਿੱਤੀ ਤਾਂ ਉਸਨੇ ਬਿਨਾਂ ਸੋਚੇ ਹੀ ਥੰਮ ਨੂੰ ਜੱਫੀ ਪਾ ਲਈ। ਤੇ ਇਹ ਦੇਖ ਕੇ ਉਸਨੂੰ ਹਰਨਾਕਸ਼ ਨੂੰ ਬਹੁਤ ਗੁੱਸਾ ਆਇਆ ਕਿ ਥੰਮ ਨੂੰ ਜੱਫੀ ਪਾਉਣ ਨਾਲ ਵੀ ਹਰਨਾਕਸ਼ ਦਾ ਕੁਝ ਬਾਲ ਵੀ ਬਾਕਾ ਨਾ ਹੋਇਆ। ਇਹ ਦੇਖ ਕੇ ਉਸਨੇ ਆਪਣੀ ਇੱਕ ਤਲਵਾਰ ਕੱਢੀ ਤੇ ਥੰਮ ਵਿੱਚ ਜਾ ਕੇ ਮਾਰੀ। ਥੰਮ ਟੁੱਟ ਗਿਆ। ਥੰਮ ਦੇ ਟੁੱਟਣ ਨਾਲ ਕਿਹਾ ਜਾਂਦਾ ਹੈ ਕਿ ਉਸ ਵਕਤ ਨਰਸਿੰਘ ਭਗਵਾਨ ਦਾ ਜਨਮ ਹੋਇਆ, ਜਿਨ੍ਹਾਂ ਦਾ ਅੱਧਾ ਧੜ ਸ਼ੇਰ ਦਾ ਤੇ ਅੱਧਾ ਧੜ ਮਨੁੱਖ ਦਾ ਸੀ। ਉਹਨਾਂ ਨੇ ਹਰਨਾਕਸ਼ ਨੂੰ ਉਹਦੀਆਂ ਸਾਰੇ ਵਰ ਦੀਆਂ ਸ਼ਰਤਾਂ ਪੂਰੇ ਕਰਕੇ ਮਾਰਿਆ। ਨਰਸਿੰਘ ਭਗਵਾਨ ਨੇ ਉਸਨੂੰ ਨਾ ਤਾਂ ਦਿਨ ਦੇ ਸਮੇਂ ਮਾਰਿਆ, ਨਾ ਰਾਤ, ਬਲਕਿ ਉਸਨੂੰ ਸ਼ਾਮ ਦੇ ਸਮੇਂ ਮਾਰਿਆ। ਉਹਨਾਂ ਨੇ ਨਾ ਉਹਨੂੰ ਅੰਦਰ ਮਾਰਿਆ ਨਾ ਬਾਹਰ, ਬਲਕਿ ਦਹਿਲੀਜ਼ 'ਤੇ ਮਾਰਿਆ। ਉਹ ਜਦੋਂ ਹਰਨਾਕਸ਼ ਨੂੰ ਮਾਰ ਰਹੇ ਸੀ ਤਾਂ ਨਾ ਉਹ ਧਰਤੀ 'ਤੇ ਸੀ ਨਾ ਆਕਾਸ਼ 'ਤੇ, ਬਲਕਿ ਉਹ ਨਰਸਿੰਘ ਭਗਵਾਨ ਜੀ ਦੇ ਪੱਟ 'ਤੇ ਸੀ। ਤੇ ਉਹਨਾਂ ਨੇ ਉਸਨੂੰ ਨਾ ਕੋਈ ਬਿਮਾਰੀ ਨਾਲ ਮਾਰਿਆ, ਨਾ ਕੋਈ ਹਥਿਆਰ ਨਾਲ, ਬਲਕਿ ਆਪਣੇ ਨਹੁੰਦਰਾਂ ਨਾਲ ਮਾਰਿਆ। ਤਾਂ ਨਾ ਤਾਂ ਉਹ ਪੂਰੇ ਪਸ਼ੂ ਸੀ ਤੇ ਨਾ ਹੀ ਪੂਰੇ ਮਨੁੱਖ। ਇਸ ਤਰ੍ਹਾਂ ਉਸਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਨਰਸਿੰਘ ਭਗਵਾਨ ਨੇ ਉਸਨੂੰ ਮਾਰਿਆ। ਤਾਂ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਦੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਸਭ ਤੋਂ ਉੱਤਮ ਤਾਂ ਪਰਮਾਤਮਾ ਹੀ ਹੈ, ਉਸ ਤੋਂ ਅੱਗੇ ਉਸ ਤੋਂ ਵੱਧ ਸ਼ਕਤੀਮਾਨ ਕੋਈ ਨਹੀਂ ਹੈ।